ਲੜੀਵਾਰ ਕਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਵਰੂਪ ਦੀ 865 ਅੰਗ ਤੇ ਗੁਰਦੇਵ ਦੀ ਦਇਆ ਮਾਇਆ ਨਾਲ ਪਹੁੰਚੀ ਆ। 9 ਸ਼ਬਦ ਰਾਗ ਗੋਂਡ ਦੇ ਸਮਾਪਤ ਹੋਏ ਨੇ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਬਚਨ ਹਨ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਓ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋਂਡਾ ਮਹੱਲਾ ਪੰਜਵਾ। ਰਾਮ ਰਾਮ ਸੰਗ ਕਰ ਵਿਵਹਾਰ। ਰਾਗ ਗੋਂਡ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਬਦ ਉਚਾਰਦੇ ਹਨ। ਹੇ ਭਾਈ, ਉਹ ਜੋ ਰਮਿਆ ਹੋਇਆ ਰਾਮ ਹੈ ਸਰਬ ਥਾਈਂ, ਜੋ ਜਰਰੇ ਜਰਰੇ ਵਿੱਚ ਕਣ ਕਣ ਵਿੱਚ ਰਮਿਆ ਹੋਇਆ, ਉਸ ਰਮੇ ਹੋਏ ਰਾਮ ਦੇ ਨਾਮ ਨਾਲ ਤੂੰ ਵਪਾਰ ਕਰ। ਰਾਮ ਰਾਮ ਸੰਗ ਕਰ ਵਿਵਹਾਰ। ਵਿਵਹਾਰ ਕਹਿੰਦੇ ਨੇ ਵਪਾਰ ਕਰਨ ਨੂੰ, ਵਿਵਹਾਰ ਕਰਨ ਨੂੰ, ਵਪਾਰ ਕਰਨ ਨੂੰ। ਕਿ ਰਾਮ ਦਾ ਜਿਹੜਾ ਅੰਮ੍ਰਿਤ ਨਾਮ ਹੈ ਉਹਦੇ ਨਾਲ ਵਪਾਰ ਕਰ। ਪੁੱਛੋ ਜੀ ਰਾਮ ਨਾਮ ਨਾਲ ਵਪਾਰ ਕਿਵੇਂ ਹੁੰਦਾ? ਸਾਡੇ ਕੋਲ ਦੇ ਸਵਾਸ ਜਿਹੜੀ ਹੈ ਪੂੰਜੀ, ਵਪਾਰ ਹੁੰਦਾ ਹੈ। ਪੈਸਾ ਦਿਓ, ਕੋਈ ਚੀਜ਼ ਖਰੀਦ ਲਓ। ਪਰਮਾਤਮਾ ਨੇ, ਅਕਾਲ ਪੁਰਖ ਨੇ ਸਾਨੂੰ ਜਿਹੜੀ ਪੂੰਜੀ ਦਿੱਤੀ ਉਹਨੇ ਸਾਡੇ ਸਵਾਸ, ਸਵਾਸਾਂ ਦੀ ਇਸ ਪੂੰਜੀ ਨਾਲ ਨਿਰੰਕਾਰ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਨੀ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ ਉਹ ਫਰਮਾਉਂਦੇ ਹਨ, ਜਿਨ੍ਹਾਂ ਨੇ ਬੰਦ ਬੰਦ ਕਟਾਏ। ਉਹ ਕਹਿੰਦੇ ਭਾਈ ਕਿਵੇਂ ਜਪਣਾ? ਸਵਾਸ ਅੰਦਰ ਜਾਵੇ ਤਾਂ ਵਾਹੇ, ਜਦੋਂ ਸਵਾਸ ਬਾਹਰ ਆਵੇ ਤਾਂ ਉਹਦੇ ਨਾਲ ਗੁਰੂ। ਇਸ ਪ੍ਰਕਾਰ ਨਾਲ ਜਾਪ ਜਪਦਿਆਂ ਹਰ ਸਾਹ ਨਾਲ ਜਦੋਂ ਜਾਪ ਜਪਾਂਗੇ, ਕਹਿੰਦੇ ਫਿਰ ਸਵਾਸ ਸਵਾਸ ਸਿਮਰਨ ਦੀ ਸਾਧਨਾ ਚੱਲੇਗੀ। ਤੇ ਜਦੋਂ ਹਰ ਸਾਹ ਨਾਲ ਪਰਮੇਸ਼ਰ ਦਾ ਭਜਨ ਹੋਵੇਗਾ, ਇਹ ਹੈ ਪ੍ਰਮਾਤਮਾ ਦੇ ਨਾਮ ਦਾ ਵਣਜ, ਇਹ ਹੈ ਪ੍ਰਮਾਤਮਾ ਦੇ ਨਾਮ ਦਾ ਵਪਾਰ। ਕਿ ਸਵਾਸਾਂ ਦੀ ਪੂੰਜੀ ਖਰਚ ਕੇ ਪਰਮੇਸ਼ਰ ਦੇ ਅਮੋਲਕ ਨਾਮ ਨੂੰ ਵਿਹਾਜਣਾ। ਦੂਸਰਾ ਪ੍ਰਕਾਰ ਵਪਾਰ ਦਾ ਵਣਜ ਦਾ ਇਉਂ ਵੀ ਹੈ ਕਿ ਆਪ ਜਪਣਾ ਤੇ ਜਿਹੜਾ ਕੋਈ ਸੰਗੀ ਆਵੇ ਉਹਨੂੰ ਜਪਾਉਣਾ। ਆਪ ਜਪਣਾ ਤੇ ਜਿਹੜਾ ਕੋਈ ਜਗਿਆਸੂ ਹੋਵੇ ਉਹਨੂੰ ਨਾਲ ਜਪਾਉਣਾ। ਇਹਨੂੰ ਕਹਿੰਦੇ ਆ ਵਣਜ ਕਰਨਾ, ਵਪਾਰ ਕਰਨਾ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਐਸੇ ਰਾਮ ਨਾਮ ਨਾਲ ਹੇ ਭਾਈ ਆਪਣਾ ਵਿਵਹਾਰ ਕਰੋ, ਵਪਾਰ ਕਰੋ। ਰਾਮ 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 ਪ੍ਰਾਨ ਆਧਾਰ। ਓ ਰਾਮ, ਮਨ ਕਰਕੇ ਵੀ ਕਹੋ ਰਾਮ, ਬਚਨ ਕਰਕੇ ਵੀ ਕਹੋ ਰਾਮ, ਕਰਮ ਕਰਕੇ ਵੀ ਕਹੋ ਰਾਮ। ਮਨ ਬਚ ਕਰਮ ਕਰਕੇ ਉਹ ਰਾਮ ਸਾਡੇ ਪ੍ਰਾਣਾਂ ਦਾ ਆਧਾਰ ਹੈ। ਅਕਾਲ ਪੁਰਖ ਪਰਮੇਸ਼ਰ ਦਾ ਨਾਮ, ਰਾਮ ਦਾ ਨਾਮ ਸਾਡੇ ਪ੍ਰਾਣਾਂ ਦਾ ਆਧਾਰ ਹੈ, ਸਾਡੇ ਪ੍ਰਾਣਾਂ ਦਾ ਆਸਰਾ ਹੈ। ਰਾਮ 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 ਕੀਰਤਨ ਗਾਏ। ਇਹ ਭਾਈ ਮਨ ਕਰਕੇ ਵੀ ਰਾਮ, ਬਚਨ ਕਰਕੇ ਵੀ ਰਾਮ, ਕਰਮ ਕਰਕੇ ਵੀ ਰਾਮ। ਉਸ ਅਕਾਲ ਪੁਰਖ ਰਾਮ ਨਾਮ ਦਾ ਕੀਰਤਨ ਗਾਓ। ਰਾਮ 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 ਕੀਰਤਨ ਗਾਏ। ਹੇ ਭਾਈ ਉਸ ਰਾਮ ਦੇ ਨਾਮ ਨੂੰ ਜਪਦਿਆਂ ਜਪਦਿਆਂ ਉਹਦਾ ਕੀਰਤਨ ਗਾਓ। ਜਦੋਂ ਉਹਦੇ ਨਾਮ ਨੂੰ ਅਰਾਧੋ, ਉਹਦੇ ਨਾਮ ਨੂੰ ਧਿਆਵੋ ਤਾਂ ਉਹਦਾ ਕੀਰਤਨ ਗਾਇਨ ਕਰੋ। ਹਾਂਜੀ। ਰਮਤ ਰਾਮ ਸਭ ਰਹਿਓ ਸਮਾਏ। ਉਹ ਜਿਹੜਾ ਰਾਮ ਹੈ ਸਰਬ ਥਾਈਂ ਰਮਤ ਰਮਿਆ ਹੋਇਆ, ਸਾਰਿਆਂ ਵਿੱਚ ਸਮਾਇਆ ਹੋਇਆ। ਰਮਤ ਰਾਮ ਸਭ ਰਹਿਓ ਸਮਾਏ। ਉਹ ਰਾਮ ਸਰਬੱਤਰ ਸੰਸਾਰ ਦੇ ਜੀਵਾਂ ਵਿੱਚ ਰਮਿਆ ਹੋਇਆ,
ਸਾਰਿਆਂ ਵਿੱਚ ਸਮਾਇਆ ਹੋਇਆ ਹੈ। ਸੰਤ ਜਨਾ ਮਿਲ ਬੋਲੋ ਰਾਮ। ਇਹ ਭਾਈ ਸੰਤ ਜਨਾਂ ਨਾਲ ਮਿਲ ਕੇ ਉਹਨਾਂ ਦੀ ਸੰਗਤ ਕਰਕੇ ਵੀ ਬੋਲੋ ਰਾਮ। ਰਾਮ ਰਾਮ ਬੋਲੋ। ਜਿਹੜੇ ਰੱਬ ਦੇ ਪਿਆਰੇ ਸੰਤ ਜਨ ਨੇ ਉਹਨਾਂ ਦੀ ਸੰਗਤ ਕਰਕੇ ਰਾਮ ਰਾਮ ਬੋਲੋ। ਰਾਮ ਦਾ ਮਤਲਬ ਜੋ ਰਮਿਆ ਹੋਇਆ ਸਰਬ ਥਾਈ। ਜਿਹਨੂੰ ਭਗਤ ਪ੍ਰਹਿਲਾਦ ਜੀ ਜਪਦੇ ਰਹੇ, ਜਿਹਨੂੰ ਭਗਤ ਧਰੂ ਜੀ ਜਪਦੇ ਰਹੇ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਸ ਵੇਲੇ ਧਰੂ ਜੀ ਹੋਏ, ਜਿਸ ਵੇਲੇ ਪ੍ਰਹਿਲਾਦ ਜੀ ਹੋਏ, ਉਸ ਵੇਲੇ ਭਗਵਾਨ ਰਾਮਚੰਦਰ ਜੀ ਨਹੀਂ ਸਨ, ਪਰ ਉਹ ਉਦੋਂ ਵੀ ਰਾਮ ਰਾਮ ਜਪ ਰਹੇ ਸੀ। ਜਦੋਂ ਸਤਯੁਗ ਦਾ ਵੇਲਾ ਉਦੋਂ ਭਗਵਾਨ ਰਾਮਚੰਦਰ ਜੀ ਨਹੀਂ ਹਨ। ਇਹਦਾ ਮਤਲਬ ਇੱਥੇ ਉਸ ਰਾਮ ਦੀ ਗੱਲ ਹੋ ਰਹੀ ਹੈ ਜਿਹੜਾ ਸਰਬ ਥਾਈ ਰਮਿਆ ਹੋਇਆ, ਵਿਆਪਕ ਰਾਮ। ਹੇ ਭਾਈ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਬੋਲੋ ਰਾਮ ਰਾਮ ਰਾਮ। ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਬੋਲੋ, ਰਮੇ ਹੋਏ ਰਾਮ ਦਾ ਨਾਮ ਜਪੋ। ਸਭ ਤੇ ਨਿਰਮਲ ਪੂਰਨ ਕਾਮ। ਦੁਨੀਆ ਦੇ ਜਿਤਨੇ ਵੀ ਕਰਮ ਨੇ ਉਹਨਾਂ ਸਾਰੇ ਕਰਮਾਂ ਵਿੱਚੋਂ ਨਿਰਮਲ ਕਰਮ ਹੈ ਰਾਮ ਦੇ ਨਾਮ ਨੂੰ ਜਪਣਾ। ਔਰ ਇਹਦੀ ਕਾਲਣਾ ਜਿਹੜੇ ਗੁਰਮੁਖ ਕਾਲਦੇ ਨੇ, ਪੂਰਨ ਕਾਮ, ਉਹਨਾਂ ਦੀਆਂ ਸਾਰੀਆਂ ਕਾਮਨਾਵਾਂ ਪਰਮੇਸ਼ਰ ਪੂਰਨ ਕਰ ਦਿੰਦਾ। ਉਹਨਾਂ ਦੇ ਸਾਰੇ ਆਸ ਮਨੋਰਥ ਵਿਧਾਤਾ ਪੂਰਨ ਕਰ ਦਿੰਦਾ ਜਿਹੜਾ ਉਹਦੇ ਜਾਪ ਨੂੰ ਜਪਦਾ ਹੈ। ਰਹਾਉ ਰਾਮ ਰਾਮ ਧਨ ਸੰਚ ਭੰਡਾਰ। ਇਹ ਭਾਈ ਉਸ ਰਾਮ ਦੇ ਅੰਮ੍ਰਿਤ ਨਾਮ ਦਾ ਧਨ ਜਿਹੜਾ, ਇਹਦੇ ਭੰਡਾਰ ਇਕੱਠੇ ਕਰੋ, ਇਹਨੂੰ ਇਕੱਠਾ ਕਰੋ, ਇਹ ਖਜ਼ਾਨਾ ਇਕੱਠਾ ਕਰੋ ਜਿੰਨਾ ਕਰ ਹੁੰਦਾ, ਇਹਨੂੰ ਸੰਚੋ। ਰਾਮ ਨਾਮ ਧਨ ਕਰ ਸੰਚੌਨੀ। ਹੇ ਭਾਈ ਰਾਮ ਨਾਮ ਦੇ ਇਸ ਧਨ ਨੂੰ ਇਕੱਠਾ ਕਰੋ, ਇਹਦੇ ਭੰਡਾਰੇ ਭਰ ਲੋ ਜਿੰਨੇ ਭਰੇ ਜਾਂਦੇ ਹਨ। ਰਾਮ 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 ਕਰ ਆਹਾਰ। ਰਾਮ 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 ਇਹ ਜਾਪ ਜਪ ਕੇ ਹੇ ਭਾਈ ਇਹਦਾ ਹੀ ਭੋਜਨ ਕਰੋ। ਭੋਜਨ ਵੀ ਇਹੀ ਕਰੋ, ਰਾਮ 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 ਕਰ ਆਹਾਰ। ਹੁਣ ਸਾਡੇ ਸਾਹਮਣੇ ਕੋਈ ਰਾਮ ਰਾਮ ਕਵੇ ਸਾਨੂੰ ਅਲਰਜੀ ਹੋ ਜਾਂਦੀ, ਦਵੈਸ਼ ਆ ਜਾਂਦੀ ਹੈ ਵੀ ਇਹ ਰਾਮ ਰਾਮ ਕਿਉਂ ਕਹਿੰਦਾ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਰਾਮ ਰਾਮ ਕਰ ਰਹੇ ਔਰ ਇਹ ਉਸ ਰਾਮ ਦੀ ਬਾਤ ਹੋ ਰਹੀ ਹੈ ਜਿਵੇਂ ਮੈਂ ਪਹਿਲੋਂ ਬੇਨਤੀ ਕੀਤੀ, ਜੋ ਸਰਬ ਥਾਈ ਰਮਿਆ ਹੋਇਆ ਹਰ ਜਗ੍ਹਾ ਤੇ। ਉਹ ਰਾਮ ਪਰਮਾਤਮਾ ਦੇ ਨਾਮ ਨਾਲੋਂ ਭਾਈ ਕਾਹਦੀ ਅਲਰਜੀ ਰੱਖਣੀ, ਕਾਹਦੀ ਦਵੈਸ਼। ਪਾਤਸ਼ਾਹ ਕਹਿੰਦੇ ਰਾਮ 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 ਕਰ ਆਹਾਰ। ਰਾਮ 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 ਮਨ ਕਰਕੇ ਵੀ ਕਹੋ ਰਾਮ, ਬਚਨ ਕਰਕੇ ਵੀ ਕਹੋ ਰਾਮ, ਕਰਮ ਕਰਕੇ ਵੀ ਕਹੋ ਰਾਮ। 3 ਵਾਰੀ ਆਇਆ ਨਾ। ਇਹ ਭੋਜਨ ਹੈ, ਇਹ ਭੋਜਨ ਕਰੋ। ਰੱਬ ਦੇ ਪਿਆਰਿਆਂ ਦਾ ਭੋਜਨ ਹੈ ਹੀ ਹਰੀ ਨਾਮ। हरि नाम ही उन्हों का भोजन। हर नाम हमारा भोजन, 36 प्रकार जित खाद हमको तृप्त पई। गरीबनवाज पातशाह कहते परमेश्वर का नाम ही मेरे लिए 36 प्रकार के भोजन ने, जिन्हों छकद्या सार मैं तृप्त हो गया, संतुष्ट हो गया। सब रस बिठे मन्निया सुनिया सालोने। पातशाह कहते नाम नू मन लीए, ये साडे लिए मिठे रस ने, ते जदों सुनिए ते कहते साडे लिए सलूणे पदार्थ ने। तो अमृत नाम ही गुरमुखां प्यारियां दा भोजन है। इस भोजन नाल वो अंदरों जीवित रहिंदे ने। असी शरीर दा भोजन बहुत खा लैने, पर जिहड़ी साडी रूह दी पुकार है, साडा अंदर दा भोजन है, उहदे तो बिरवे ते खाली टुरे फिरदे आ, तां ही आत्मा भुखी है, तां ही मन भुखा है। इहने उदों तक भुखा रहना जदों तक इहनूं हरि नाम दा भोजन नहीं मिलदा। इहने भुखा भुखा ही रहना। इहदियां भुखां उदों दूर होणीਆਂ ने
ਜਦੋਂ ਇਹਦੇ ਅੰਦਰ ਹਰੀ ਨਾਮ ਦੀ ਕਲਾ ਵਰਤੇਗੀ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ। ਉਦੋਂ ਦੂਰ ਹੋਣੀਆਂ ਨੇ ਸਾਰੀਆਂ ਭੁੱਖਾਂ ਜਦੋਂ ਨਾਮ ਦਾ ਭੋਜਨ ਖਾਵਾਂਗੇ। ਇਸ ਕਰਕੇ ਪੰਜਵੇਂ ਪਾਤਸ਼ਾਹ ਕਹਿੰਦੇ ਰਾਮ 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 ਕਰ ਆਹਾਰ। ਇਹ ਰਾਮ ਰਾਮ ਜਪਣ ਦਾ ਇਹ ਭੋਜਨ ਕਰ, ਇਹ ਆਹਾਰ ਕਰ। ਰਾਮ ਰਾਮ ਵਿਸਰ ਨਹੀਂ ਜਾਏ। ਇਹ ਭਾਈ ਉਹ ਰਾਮ ਦਾ ਅੰਮ੍ਰਿਤ ਨਾਮ ਸਾਡੇ ਹਿਰਦੇ ਚੋਂ ਵਿਸਰ ਨਾ ਜਾਵੇ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਵਿਸਰ ਨਾਹੀ ਦਾਤਾਰ। ਮਹਾਰਾਜ ਜੀ ਤੁਹਾਡਾ ਨਾਮ ਨਾ ਵਿਸਰੇ। ਹੇ ਭਾਈ ਅੰਮ੍ਰਿਤ ਨਾਮ ਹਿਰਦੇ ਚੋਂ ਨਾ ਵਿਸਰੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੰਧਾਰ ਦੇ ਇਲਾਕੇ 'ਚ ਵਿਚਰਦੇ ਇੱਕ ਸੇਵਕ ਮੁਸਲਮਾਨ ਫਕੀਰ ਮਹਾਰਾਜ ਜੀ ਨੂੰ ਮਿਲਿਆ। ਉਹਦਾ ਨਾਮ ਸੀ ਯਾਰ ਵਲੀ। ਯਾਰ ਵਲੀ ਗੁਰੂ ਸਾਹਿਬ ਦੇ ਚਰਨਾਂ ਦਾ ਭੌਰਾ ਬਣਿਆ। ਕਹਿੰਦਾ ਮੇਰੇ ਸਾਹਿਬ ਮੈਨੂੰ ਉਪਦੇਸ਼ ਦਿਓ। ਮਹਾਰਾਜ ਜੀ ਕਹਿੰਦੇ ਨਾਮ ਜਪਿਆ ਕਰੋ ਸਵਾਸ ਸਵਾਸ। ਕਹਿਣ ਲੱਗਾ ਮਹਾਰਾਜ ਸਵਾਸ ਸਵਾਸ ਕਿਵੇਂ ਜਪੀਏ? ਮਹਾਰਾਜ ਜੀ ਕਹਿੰਦੇ ਜਿਵੇਂ ਕੋਈ ਸੰਸਾ ਹੁੰਦਾ ਨਾ ਮਨ 'ਚ ਤੋਖਲਾ ਹੋਵੇ, ਸੰਦੇਹ ਹੋਵੇ। ਅਚਾਨਕ ਮੰਨ ਲਓ ਕਿਸੇ ਵੱਡੇ ਅਫਸਰ ਨੇ ਕਹਿ ਦਿੱਤਾ ਵੀ ਤੇਰੀ ਨੌਕਰੀ ਖਤਰੇ 'ਚ ਹੈ। ਕੋਈ ਨੌਕਰੀ ਕਰ ਰਿਹਾ ਹੋਵੇ, ਵੱਡਾ ਉਹਦਾ ਬੰਦਾ ਉਹਨੂੰ ਅਫਸਰ ਕਹਿ ਦੇਵੇ ਤੇਰੀ ਨੌਕਰੀ ਖਤਰੇ 'ਚ ਹੈ, ਤੇ ਰਾਤ ਦਿਨ ਉਹਦੇ ਮਨ 'ਚ ਇੱਕੋ ਤੋਖਲਾ, ਸੁੱਤਿਆਂ ਵੀ ਜਾਗਦਿਆਂ ਵੀ ਕਿਤੇ ਮੇਰੀ ਨੌਕਰੀ ਨਾ ਚਲੀ ਜੇ। ਇਹਨੂੰ ਕਹਿੰਦੇ ਨੇ ਸੰਦੇਹ। ਅਚਾਨਕ ਕਿਸੇ ਦੀ ਕੋਈ ਦੁਕਾਨ ਹੈ, ਕਿਸੇ ਵਸਤੂ ਦੀ, ਕੋਈ ਕਹਿ ਦੇ ਵੀ ਭਾਈ ਜਿਹੜੇ ਕੰਮ ਦੀ ਤੂੰ ਦੁਕਾਨ ਕਰਦਾ ਹੈ ਇਹ ਸੌਦਾ ਬੰਦ ਹੋਣ ਵਾਲਾ। ਇੱਕਦਮ ਉਹਦੇ ਮਨ 'ਚ ਤੋਖਲਾ, ਸੰਦੇਹ ਬਣ ਜਾਏਗਾ ਵੀ ਕਿਤੇ ਮੇਰੀ ਦੁਕਾਨ ਬੰਦ ਨਾ ਹੋ ਜਾਏ, ਇਹ ਸੌਦਾ ਕਿਤੇ ਵਿਕਣੋਂ ਬੰਦ ਨਾ ਹੋ ਜਾਏ। ਇਹਨੂੰ ਕਹਿੰਦੇ ਆ ਸੰਦੇਹ। ਜਿਵੇਂ ਇਹ ਕਈ ਤਰ੍ਹਾਂ ਦੇ ਸੰਦੇਹ ਨੇ ਸਾਡੇ ਹਿਰਦਿਆਂ 'ਚ। ਕਿਤੇ ਮੇਰੇ ਬੱਚੇ ਮੇਰੇ ਤੋਂ ਬਾਗੀ ਨਾ ਹੋ ਜਾਣ, ਕਿਤੇ ਆਹ ਕੰਮ ਨਾ ਹੋ ਜਾਏ। ਕਿੰਨੇ ਸੰਦੇਹ ਨੇ। ਮਹਾਰਾਜ ਜੀ ਕਹਿੰਦੇ ਆ ਆਪਣੇ ਹਿਰਦੇ 'ਚ ਇਹ ਸੰਦੇਹ ਰੱਖਣਾ ਕਿ ਹੇ ਅਕਾਲ ਪੁਰਖ ਕਿਤੇ ਤੇਰਾ ਨਾਮ ਮੇਰੇ ਹਿਰਦੇ 'ਚੋਂ ਨਾ ਵਿਸਰ ਜਾਏ। ਇਹ ਸੰਦੇਹ ਹਰ ਵੇਲੇ ਹਿਰਦੇ 'ਚ, ਫਿਰ ਸਵਾਸ ਸਵਾਸ ਚਿੰਤਨ 'ਚ ਰਹੇਗਾ। ਜਦੋਂ ਇਹ ਸੰਦੇਹ ਹੋ ਜਾਏ ਕਿ ਹੇ ਪ੍ਰਭੂ ਕਿਤੇ ਤੂੰ ਵਿਸਰ ਨਾ ਜਾਏ, ਕਿਤੇ ਆਹ ਕੰਮ ਕਰਾਂ ਤੇ ਤੂੰ ਵਿਸਰ ਨਾ ਜਾਏ, ਕਿਤੇ ਆਹ ਕਰਮ ਮੇਰੇ ਕੋਲ ਹੋ ਜੇ ਤੇ ਤੂੰ ਵਿਸਰ ਨਾ ਜਾਏ। ਕਹਿੰਦੇ ਇਉਂ ਜਦੋਂ ਆਪਣੇ ਮਨ ਵਿੱਚ ਇਹ ਸੰਦੇਹ ਰੱਖੋਗੇ ਤੇ ਫਿਰ ਉਹ ਪ੍ਰਮਾਤਮਾ ਦਿਲੋਂ ਕਦੇ ਵਿਸਰੇਗਾ ਨਹੀਂ। ਤੋ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਹੇ ਭਾਈ ਉਹ ਅਕਾਲ ਪੁਰਖ ਦਾ ਨਾਮ ਸਾਡੇ ਹਿਰਦੇ ਚੋਂ ਨਾ ਵਿਸਰੇ। ਰਾਮ ਰਾਮ ਵਿਸਰ ਨਹੀਂ ਜਾਏ। ਰਾਮ ਦਾ ਅੰਮ੍ਰਿਤ ਨਾਮ ਸਾਡੇ ਹਿਰਦੇ ਚੋਂ ਨਾ ਵਿਸਰੇ। ਕਰ ਕਿਰਪਾ ਗੁਰ ਦਿਆ ਬਤਾਏ। ਮੇਰੇ ਗੁਰੂ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਇਸ ਰਾਮ ਨਾਮ ਬਾਰੇ ਦੱਸਿਆ। ਅੰਮ੍ਰਿਤ ਨਾਮ ਦੀ ਮਹਿਮਾ ਸਾਡੇ ਗੁਰੂ ਨੇ ਸਾਨੂੰ ਦੱਸੀ ਹੈ। ਰਾਮ 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 ਸਦਾ ਸਹਾਏ। ਇਹ ਭਾਈ ਉਹ ਰਾਮ ਪਹਿਲਾਂ ਵੀ ਸਾਡਾ ਸਹਾਈ ਸੀ, ਉਹ ਰਾਮ ਹੁਣ ਵੀ ਸਾਡਾ ਸਹਾਈ ਹੈ, ਉਹ ਰਾਮ ਆਉਣ ਵਾਲੇ ਸਮੇਂ ਵਿੱਚ ਵੀ ਸਾਡਾ ਸਹਾਈ ਹੈ। ਤਿੰਨਾਂ ਕਾਲਾਂ ਵਿੱਚ ਜਿਹੜਾ ਸਾਡਾ ਮਦਦਗਾਰ ਹੈ, ਸਹਾਇਕ ਹੈ, ਉਹਨੂੰ 3 ਵਾਰੀ ਕਿਹਾ ਇੱਥੇ ਮਹਾਰਾਜ ਜੀ ਨੇ ਰਾਮ 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 ਸਦਾ ਸਹਾਏ। ਉਹ ਸਦਾ ਹੀ ਸਾਡੀ ਸਹਾਇਤਾ ਕਰਨ ਵਾਲਾ। ਪਹਿਲਾਂ ਵੀ ਸਹਾਇਤਾ ਕਰ ਰਿਹਾ ਸੀ, ਹੁਣ ਤਾਂ ਹੀ ਉਹਨੇ ਹੀ ਰੱਖਿਆ, ਹੁਣ ਵੀ ਉਹ ਹੀ ਰੱਖ ਰਿਹਾ, ਤੇ ਆਉਣ ਵਾਲੇ ਸਮੇਂ ਵਿੱਚ ਵੀ ਉਹੀ ਰੱਖਣ ਵਾਲਾ ਸਾਡਾ ਸਹਾਈ ਹੈ। ਉਹ ਸਦਾ ਦਾ ਸਹਾਈ ਹੈ। ਰਾਮ 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 ਲਿਵ ਲਾਏ। ਇਹ ਭਾਈ ਉਸ ਰਾਮ ਦੇ ਅੰਮ੍ਰਿਤ ਨਾਮ ਨਾਲ ਆਪਣੀ ਲਿਵ ਲਾ। ਰਾਮ 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 ਦੇ ਨਾਮ ਵਿੱਚ ਆਪਣੀ ਲਿਵ
ਆਪਣੀ ਸੁਰਤ ਆਪਣਾ ਧਿਆਨ ਇਸ ਅੰਮ੍ਰਿਤ ਨਾਮ ਦੇ ਵਿੱਚ ਲਾਉਣਾ ਕਰ। ਰਾਮ ਰਾਮ ਜਪ ਨਿਰਮਲ ਭਏ। ਕਹਿੰਦੇ ਜਿਨ੍ਹਾਂ ਨੇ ਰਾਮ ਦੇ ਨਾਮ ਨੂੰ ਜਪਿਆ ਉਹ ਨਿਰਮਲ ਹੋ ਗਏ ਨੇ, ਉਹ ਪਵਿੱਤਰ ਹੋ ਗਏ ਨੇ, ਉਹ ਸ਼ੁੱਧ ਹੋ ਗਏ ਨੇ, ਉਹਨਾਂ ਦੇ ਅੰਤਸ਼ਕਰਨ ਨਿਰਮਲ ਹੋ ਗਏ ਨੇ, ਜਿਨ੍ਹਾਂ ਨੇ ਇਸ ਅੰਮ੍ਰਿਤ ਨਾਮ ਨੂੰ ਜਪਿਆ ਹੈ। ਜਨਮ ਜਨਮ ਕੇ ਕਿਲ ਬਿਖ ਗਏ। ਜਿਨ੍ਹਾਂ ਨੇ ਜਪਿਆ ਉਹਨਾਂ ਦੇ ਜਨਮਾਂ ਜਨਮਾਂ ਦੇ ਕਿਲ ਵਿਖ ਚਲੇ ਗਏ, ਕਿਲ ਵਿਖ ਪਾਪ ਨਸ਼ਟ ਹੋ ਗਏ ਜਿਨ੍ਹਾਂ ਨੇ ਅੰਮ੍ਰਿਤ ਨਾਮ ਦਾ ਜਾਪ ਜਪਿਆ ਹੈ। ਰਮਤ ਰਾਮ ਜਨਮ ਮਰਨ ਨਿਵਾਰੈ। ਜਿਹੜੇ ਉਸ ਰਾਮ ਦੇ ਨਾਮ ਨੂੰ ਜਪਦਿਆਂ ਉਹਦੇ ਚ ਰਮਤ ਰਮ ਜਾਂਦੇ ਨੇ, ਪਾਤਸ਼ਾਹ ਕਹਿੰਦੇ ਉਹਨਾਂ ਦਾ ਜਨਮ ਮਰਨ ਨਿਰਵਿਰਤ ਹੋ ਜਾਂਦਾ। ਵਾਹਿਗੁਰੂ ਜੀ ਉਹਨਾਂ ਦੇ ਜਨਮ ਤੇ ਮਰਨ ਨੂੰ ਨਿਵਾਰ ਦਿੰਦੇ ਨੇ ਜਿਹੜੇ ਉਸ ਅੰਮ੍ਰਿਤ ਨਾਮ ਦੇ ਜਾਪ ਵਿੱਚ ਜਪਦਿਆਂ ਅਭੇਦ ਹੋ ਜਾਂਦੇ ਹਨ। ਉਚਰਤ ਰਾਮ ਭੈ ਪਾਰ ਉਤਾਰੈ। ਜਿਹੜਾ ਉਸ ਰਾਮ ਦੇ ਨਾਮ ਨੂੰ ਉਚਰਦਾ ਹੈ ਉਹਨੂੰ ਵਾਹਿਗੁਰੂ ਜੀ ਇਸ ਭੈ ਸਾਗਰ ਤੋਂ ਪਾਰ ਉਤਾਰ ਦਿੰਦੇ ਨੇ। ਇਹ ਸੰਸਾਰ ਭੈ ਸਾਗਰ ਹੈ, ਇਹਦੇ ਤੋਂ ਪਾਰ ਉਤਾਰਦੇ ਹਨ ਜਿਹੜਾ ਉਸ ਰਾਮ ਨੂੰ ਉਚਰਦਾ ਜਪਦਾ। ਸਭ ਤੇ ਊਚ ਰਾਮ ਪਰਗਾਸ। ਇਹ ਭਾਈ ਸਭ ਤੋਂ ਉੱਚਾ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੈ। ਅਕਾਲ ਪੁਰਖ ਦਾ ਨਾਮ ਸਭ ਤੋਂ ਉੱਚਾ ਹੈ, ਸਭ ਤੋਂ ਸੁੱਚਾ ਹੈ। ਨਿਸ ਬਾਸੁਰ ਜਪ ਨਾਨਕ ਦਾਸ। ਜਿਸ ਦਾ ਸਭ ਤੋਂ ਉੱਚਾ ਪ੍ਰਕਾਸ਼ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਰਾਤ ਦਿਨ ਉਹਦੇ ਜਾਪ ਨੂੰ ਜਪ ਦਾਸ ਬਣ ਕੇ। ਨਿਸ ਬਾਸਰ ਜਪ ਨਾਨਕ ਦਾਸ। ਨਾਨਕ ਦਾਸ ਜੀ ਕਹਿੰਦੇ ਕਿ ਰਾਤ ਦਿਨ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਜਾਪ ਨੂੰ ਜਪਣਾ ਕਰੋ। ਗੋਂਡਾ ਮਹੱਲਾ ਪੰਜਵਾ। ਉਨ ਕਉ ਖਸਮ ਕੀਨੀ ਠਾਕ ਹਾਰੇ। ਧੰਨ ਗੁਰੂ ਅਰਜਨ ਦੇਵ ਸਾਹਿਬ ਰਾਗ ਗੋਂਡ ਚ ਸ਼ਬਦ ਉਚਾਰਦੇ ਨੇ, ਸਾਧੂਆਂ ਦੀ ਮਹਿਮਾ ਦੱਸਦੇ। ਜਿਹੜੇ ਨਾਮ ਜਪ ਕੇ ਸਾਧਨਾ ਕਰਕੇ ਸਿੱਧ ਅਵਸਥਾ ਨੂੰ ਪ੍ਰਾਪਤ ਹੋ ਗਏ ਉਹਨਾਂ ਤੋਂ ਖਸਮ ਨੇ, ਪ੍ਰਮਾਤਮਾ ਨੇ, ਅਕਾਲ ਪੁਰਖ ਨੇ ਵਿਕਾਰਾਂ ਨੂੰ ਰੋਕ ਦਿੱਤਾ ਵੀ ਇਹਨਾਂ ਵੱਲ ਨਹੀਂ ਜਾਣਾ। ਪਰਮਾਤਮਾ ਨੇ ਆਪਣੇ ਪਿਆਰਿਆਂ ਵੱਲੋਂ ਵਿਕਾਰਾਂ ਨੂੰ ਵਰਜ ਦਿੱਤਾ, ਸਾਵਧਾਨ ਕਰ ਦਿੱਤਾ। ਖਬਰਦਾਰ ਜੇ ਤੁਸੀਂ ਮੇਰਿਆਂ ਸੇਵਕਾਂ ਦੇ ਨੇੜੇ ਆਏ। ਫਿਰ ਉਹ ਉਹਨਾਂ ਅੱਗੇ ਆ ਕੇ ਹਾਰ ਜਾਂਦੇ ਨੇ। ਠਾਕ ਹਾਰੇ, ਠਾਕ ਕਹਿੰਦੇ ਰੁਕਣ ਨੂੰ। ਜਦੋਂ ਉਹ ਸਾਰੇ ਸੰਸਾਰ ਨੂੰ ਜਿੱਤਣ ਵਾਲੇ ਪੰਜੇ ਵਿਕਾਰ ਰੱਬ ਦੇ ਪਿਆਰਿਆਂ ਦੇ ਨੇੜੇ ਜਾਣ ਤੋਂ ਪਹਿਲਾਂ ਹੀ ਰੱਬ ਨੇ ਉਹਨਾਂ ਨੂੰ ਵਰਗ ਦਿੱਤਾ, ਰੋਕ ਦਿੱਤਾ। ਜਦੋਂ ਉੱਥੇ ਆ ਕੇ ਰੋਕ ਦਿੱਤਾ ਤੇ ਉੱਥੇ ਆ ਕੇ ਉਹ ਪੰਜੇ ਹੀ ਹਾਰ ਗਏ। ਉਹਨਾਂ ਸਾਧੂਆਂ ਤੇ ਆਪਣਾ ਜ਼ੋਰ ਨਹੀਂ ਪਾ ਸਕੇ। ਦਾਸ ਸੰਗ ਤੇ ਮਾਰ ਬਿਦਾਰੇ। ਪਰਮੇਸ਼ਰ ਨੇ ਆਪਣੇ ਦਾਸਾਂ ਦੇ ਸੰਗ ਤੋਂ, ਆਪਣੇ ਪਿਆਰਿਆਂ ਦੇ ਸੰਗ ਤੋਂ ਉਹਨਾਂ ਵਿਕਾਰਾਂ ਨੂੰ ਮਾਰ ਕੇ ਬਿਦਾਰ ਦਿੱਤਾ, ਦੂਰ ਕਰ ਦਿੱਤਾ। ਆਪਣੇ ਦਾਸਾਂ ਦੇ ਨੇੜੇ ਵੀ ਨਹੀਂ ਫਟਕਣ ਦਿੰਦਾ ਇਹਨਾਂ ਵਿਕਾਰਾਂ ਨੂੰ, ਪੰਜਾਂ ਨੂੰ ਮਾਰ ਕੇ ਬਿਦਾਰ ਦਿੱਤਾ। ਬਿਦਾਰੇ ਦਾ ਮਤਲਬ ਭਜਾ ਦਿੱਤਾ, ਦੁੜਾ ਦਿੱਤਾ। ਆਪਣੇ ਦਾਸਾਂ ਤੇ ਆਪਣੇ ਸੇਵਕਾਂ ਦੇ ਨੇੜੇ ਨਹੀਂ ਹੋਣ ਦਿੱਤਾ ਇਹਨਾਂ ਵਿਕਾਰਾਂ ਨੂੰ। ਗੋਬਿੰਦ ਭਗਤ ਕਾ ਮਹਿਲ ਨਾ ਪਾਇਆ। ਕਹਿੰਦੇ ਨਾ ਵਿਕਾਰਾਂ ਨੂੰ ਰੱਬ ਦੇ ਪਿਆਰੇ ਭਗਤਾਂ ਦਾ ਘਰ ਹੀ ਨਹੀਂ ਲੱਭਾ ਵੀ ਕਿਹੜੇ ਘਰ 'ਚ ਰਹਿੰਦੇ ਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਰੱਬ ਦੇ ਪਿਆਰੇ ਭਗਤ ਜਿਸ ਮਹਿਲ 'ਚ ਰਹਿੰਦੇ ਆ, ਹੁਣ ਜੇ ਕਿਸੇ ਦਾ ਘਰ ਲੱਭੇ ਤੇ ਤਾਂ ਉੱਥੇ ਪਹੁੰਚਣ ਨਾ ਇਹ ਵਿਕਾਰ। ਰੱਬ ਦੇ ਪਿਆਰੇ ਭਗਤ ਜਿਸ ਮੰਡਲ 'ਚ ਰਹਿੰਦੇ ਆ, ਜਿਸ ਘਰ 'ਚ ਰਹਿੰਦੇ ਆ, ਉਹ ਮਹਿਲ ਇਹਨਾਂ ਨੂੰ ਪਤਾ ਹੀ ਨਹੀਂ, ਉੱਥੇ ਪਹੁੰਚ ਨਹੀਂ ਸਕੇ ਤੇ ਜਾਣ ਕਿਵੇਂ ਜੇ ਮਹਿਲ ਦਾ ਪਤਾ ਹੀ ਨਹੀਂ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਗੋਬਿੰਦ ਭਗਤ ਕਾ ਮਹਿਲ ਨਾ ਪਾਇਆ। ਇਹਨਾਂ ਵਿਕਾਰਾਂ ਨੇ ਪਰਮੇਸ਼ਰ ਦੇ ਭਗਤਾਂ ਦੇ ਮਹਿਲ ਦੇ ਸਵਰੂਪ ਦੀ ਪ੍ਰਾਪਤੀ ਨਹੀਂ ਕੀਤੀ। ਜਿਸ ਘਰ ਵਿੱਚ, ਜਿਸ ਮੰਡਲ 'ਚੋਂ ਤਾਰੀਆਂ ਲਾਉਂਦੇ ਨੇ ਉੱਥੇ ਵਿਕਾਰ ਨਹੀਂ ਪਹੁੰਚ ਸਕਦੇ। ਰਾਮ ਜਨਾ ਮਿਲ ਮੰਗਲ ਗਾਇਆ। ਰਾਮ ਦੇ ਜਿਹੜੇ ਜਨ ਨੇ ਪਿਆਰੇ
ਉਹ ਸੰਗਤ ਵਿੱਚ ਮਿਲ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਮੰਗਲ ਗਾਉਂਦੇ ਹਨ, ਅਕਾਲ ਪੁਰਖ ਦੀਆਂ ਸਿਫਤਾਂ ਕਰਦੇ ਹਨ। ਸਗਲ ਸ੍ਰਿਸ਼ਟ ਕੇ ਪੰਜ ਸਿਕਦਾਰ। ਜਿੰਨੀ ਸ੍ਰਿਸ਼ਟੀ ਹੈ, ਇਸ ਸਾਰੀ ਸ੍ਰਿਸ਼ਟੀ ਦੇ ਸਰਦਾਰ ਬਣੇ ਹੋਏ ਨੇ ਪੰਜੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹ ਸਾਰੀ ਸ੍ਰਿਸ਼ਟੀ ਦੇ ਚੌਧਰੀ ਬਣੇ ਹੋਏ ਨੇ, ਸਿਕਦਾਰ ਬਣੇ ਹੋਏ ਨੇ। ਸਿਕਦਾਰ ਕਹਿੰਦੇ ਨੇ ਮਾਲਕ ਨੂੰ। ਇਹ ਪੰਜ ਵਿਕਾਰ ਸਾਰੀ ਸ੍ਰਿਸ਼ਟੀ ਦੇ ਮਾਲਕ ਬਣੇ ਹੋਏ ਨੇ। ਸਾਰੀ ਸ੍ਰਿਸ਼ਟੀ ਨਾ ਪੰਜਾਂ ਨੇ ਆਪਣੇ ਅਧੀਨ ਕੀਤੀ ਹੋਈ ਹੈ। ਰਾਮ ਭਗਤ ਕੇ ਪਾਨੀ ਹਾਰ। ਜਿਹੜੇ ਪੰਜ ਵਿਕਾਰ ਸਾਰੀ ਸ੍ਰਿਸ਼ਟੀ ਨੂੰ ਆਪਣੇ ਅਧੀਨ ਕਰਕੇ ਸਭ ਦੇ ਚੌਧਰੀ ਬਣੇ ਹੋਏ ਨੇ, ਸਿਕਦਾਰ ਬਣੇ ਹੋਏ ਨੇ। ਪੰਜਵੇਂ ਪਾਤਸ਼ਾਹ ਫਰਮਾਉਂਦੇ ਕਿ ਉਹ ਪੰਜ ਵਿਕਾਰ ਰੱਬ ਦੇ ਪਿਆਰਿਆਂ ਦੇ ਘਰ ਵਿੱਚ ਪਾਣੀ ਢੋਂਦੇ ਨਜ਼ਰ ਆਉਂਦੇ ਆ। ਵਾਹਿਗੁਰੂ। ਪਾਨੀ ਹਾਰ, ਉਹ ਪਾਣੀ ਢੋਣ ਵਾਲੇ। ਜਿਵੇਂ ਕਹਿੰਦੇ ਨਹੀਂ ਫਲਾਣਾ ਦਾ ਫਲਾਣੇ ਦਾ ਪਾਣੀ ਢੋਂਦਾ, ਯਾਨੀ ਕਿ ਉਹਦੇ ਅਧੀਨ ਹੈ, ਉਹਦੇ ਵੱਸ ਹੈ। ਜਿਹੜੇ ਪੰਜ ਵਿਕਾਰਾਂ ਦੇ ਅਧੀਨ ਸਾਰੀ ਸ੍ਰਿਸ਼ਟੀ ਹੈ, ਉਹ ਪੰਜ ਵਿਕਾਰ ਰੱਬ ਦੇ ਪਿਆਰਿਆਂ ਭਗਤਾਂ ਦੇ ਅਧੀਨ ਹੁੰਦੇ ਨੇ। ਉਹਨਾਂ ਦੇ ਸਨਮੁਖ ਹੱਥ ਜੋੜ ਕੇ ਖਲੋਤੇ, ਉਹਨਾਂ ਤੇ ਹਾਵੀ ਨਹੀਂ ਹੁੰਦੇ। ਉਹਨਾਂ ਦੇ ਘਰ ਦਾ ਪਾਣੀ ਢੋਣ ਵਾਲੇ ਹੋ ਕੇ ਪਾਣੀ ਢੋਂਦੇ ਆ। ਉਹਨਾਂ ਰੱਬ ਦੇ ਪਿਆਰਿਆਂ ਨੂੰ ਉਹ ਵਿਕਾਰ ਆਪਣਾ ਗੁਲਾਮ ਜਾਂ ਆਪਣੇ ਅਧੀਨ ਨਹੀਂ ਕਰ ਪਾਉਂਦੇ। ਰਹਾਉ ਜਗਤ ਪਾਸ ਤੇ ਲੇਤੇ ਦਾਨ। ਉਦਾਂ ਇਹ ਜਿਹੜੇ ਪੰਜ ਵਿਕਾਰ ਨੇ ਨਾ, ਲੋਕਾਂ ਕੋਲੋਂ, ਦੁਨੀਆ ਕੋਲੋਂ, ਸੰਸਾਰ ਕੋਲੋਂ, ਜਗਤ ਕੋਲੋਂ ਦੰਡ ਲੈਂਦੇ ਨੇ। ਉਹਨਾਂ ਦੇ ਕੋਲੋਂ ਕਿਹੜਾ ਦੰਡ ਲੈਂਦੇ ਆ? ਉਹਨਾਂ ਦੇ ਸਾਰੇ ਸ਼ੁਭ ਗੁਣ ਖੋਈ ਜਾਂਦੇ ਨੇ। ਕਾਮ ਆ ਕੇ ਸਬਰ ਖੋਹ ਲੈਂਦਾ, ਕ੍ਰੋਧ ਆ ਕੇ ਦਇਆ ਖੋਹ ਲੈਂਦਾ, ਲੋਭ ਆ ਕੇ ਸੰਤੋਖ ਨੂੰ ਖੋਹ ਲੈਂਦਾ, ਹੰਕਾਰ ਆ ਕੇ ਨਿਮਰਤਾ ਨੂੰ ਖੋਹ ਲੈਂਦਾ, ਤੇ ਮੋਹ ਆ ਕੇ ਵਿਵੇਕ ਨੂੰ ਖੋਹ ਲੈਂਦਾ। ਜਿੰਨੇ ਸ਼ੁਭ ਗੁਣ ਨੇ ਉਹ ਦੰਡ ਵਜੋਂ ਲਈ ਜਾਂਦੇ ਨੇ ਪੰਜੇ ਵਿਕਾਰ ਸੰਸਾਰ ਦੇ ਲੋਕਾਂ ਕੋਲੋਂ। ਗੋਬਿੰਦ ਭਗਤ ਕੋ ਕਰਹਿ ਸਲਾਮ। ਪਰ ਉਹੀ ਪੰਜੇ ਵਿਕਾਰ ਗੋਬਿੰਦ ਦੇ ਭਗਤਾਂ ਅੱਗੇ ਹੱਥ ਜੋੜ ਕੇ ਉਹਨਾਂ ਨੂੰ ਸਲਾਮ ਕਰਦੇ ਆ। ਉਹਨਾਂ ਕੋਲੋਂ ਗੁਣ ਨਹੀਂ ਖੋਂਦੇ। ਗੋਬਿੰਦ ਦੇ ਭਗਤਾਂ ਦੇ ਸਨਮੁਖੋਂ ਪੰਜੇ ਵਿਕਾਰ ਹੱਥ ਜੋੜ ਕੇ ਸਲਾਮ ਕਰਦੇ ਆ। ਜਿਹੜੇ ਪੰਜ ਵਿਕਾਰ ਦੁਨੀਆ ਦੇ ਲੋਕਾਂ ਕੋਲੋਂ ਸ਼ੁਭ ਗੁਣ ਖੋਂਦੇ ਨੇ, ਉਹਨਾਂ ਕੋਲੋਂ ਦਾਨ ਲੈਂਦੇ ਨੇ, ਦੰਡ ਲਾਉਂਦੇ ਨੇ ਲੋਕਾਂ ਤੇ, ਉਹ ਪੰਜ ਵਿਕਾਰ ਰੱਬ ਦੇ ਪਿਆਰਿਆਂ ਦੇ ਸਨਮੁਖ ਸਲਾਮ ਕਰਦੇ ਨੇ। ਯਾਨੀ ਕਿ ਉਹਨਾਂ ਅੱਗੇ ਸੀਸ ਝੁਕਾ ਕੇ ਝੁਕ ਕੇ ਖਲੋ ਜਾਂਦੇ ਆ। ਉੱਥੇ ਆ ਕੇ ਉਹਨਾਂ ਦਾ ਜ਼ੋਰ ਨਹੀਂ ਚੱਲਦਾ, ਨਾ ਕਾਮ, ਨਾ ਕ੍ਰੋਧ, ਨਾ ਲੋਭ, ਨਾ ਮੋਹ। ਇਹਨਾਂ ਵਿਕਾਰਾਂ ਤੋਂ ਸदैवी ਤੌਰ ਤੇ ਸੁਤੰਤਰ ਤੇ ਆਜ਼ਾਦ ਰਹਿੰਦੇ ਹਨ। ਲੂਟ ਲੈ ਸਾਖਤ ਪਤ ਖੋਵੈ। ਇਹ ਪੰਜੇ ਵਿਕਾਰ ਸਾਖਤਾਂ ਦੀ ਇੱਜ਼ਤ ਰੋਲ ਕੇ ਰੱਖ ਦਿੰਦੇ, ਉਹਨਾਂ ਨੂੰ ਲੁੱਟ ਕੇ ਖੋਹ ਕੇ ਖਾ ਜਾਂਦੇ। ਕੱਖ ਨਹੀਂ ਪੱਲੇ ਛੱਡਦੇ ਸਾਖਤਾਂ ਦੇ। ਇਹ ਪੰਜੇ ਵਿਕਾਰ ਸਾਖਤਾਂ ਨੂੰ, ਦੁਰਜਨਾਂ ਨੂੰ ਲੁੱਟ ਕੇ ਖੋਹ ਕੇ ਤਬਾਹ ਕਰ ਦਿੰਦੇ ਆ, ਖਾ ਜਾਂਦੇ ਆ ਉਹਨਾਂ ਦਾ ਸਭ ਕੁਝ। ਨਾ ਉਹਨਾਂ 'ਚ ਸਬਰ, ਨਾ ਸੰਤੋਖ, ਨਾ ਦਇਆ, ਨਾ ਖਿਮਾ, ਕੁਝ ਵੀ ਪੱਲੇ ਨਹੀਂ ਰਹਿਣ ਦਿੰਦੇ, ਕੋਈ ਗੁਣ ਪੱਲੇ ਨਹੀਂ ਰਹਿਣ ਦਿੰਦੇ। ਇਹ ਪੰਜੇ ਵਿਕਾਰ ਦੁਨੀਆ ਦੇ ਲੋਕਾਂ ਨੂੰ, ਸਾਖਤਾਂ ਨੂੰ ਲੁੱਟ ਕੇ ਖਾ ਜਾਂਦੇ ਔਰ ਉਹਨਾਂ ਦੀ ਇੱਜ਼ਤ ਰੋਲ ਕੇ ਰੱਖ ਦਿੰਦੇ ਆ। ਪੱਤ ਖੋਵੈ। ਜਿੱਥੇ ਪੰਜ ਵਿਕਾਰ ਹੋਣਗੇ ਉੱਥੇ ਉਹ ਇੱਜ਼ਤ ਗਵਾਣਗੇ ਹੀ ਗਵਾਣਗੇ। ਭਾਈ ਸਾਹਿਬ ਭਾਈ ਮਰਦਾਨਾ ਜੀ ਦੀ ਅੰਸ ਵੰਸ ਵਿੱਚੋਂ ਇੱਕ ਗੁਰਮੁਖ ਪਿਆਰੇ ਕੀਰਤਨੀਏ ਹੋਏ ਭਾਈ ਲਾਲ ਜੀ। ਉਹ ਇੱਕ ਦਿਨ ਬੜਾ ਸੁੰਦਰ ਬਚਨ ਕਰਕੇ ਕਹਿਣ ਲੱਗੇ, ਕਹਿੰਦੇ ਮਹਾਭਾਰਤ ਦੀਆਂ ਰਮਜਾਂ ਡੂੰਘੀਆਂ, ਮਹਾਭਾਰਤ ਦੀਆਂ ਰਮਜਾਂ ਡੂੰਘੀਆਂ। ਇੱਕ ਦ੍ਰੋਪਦੀ, ਪੰਜ ਉਹਦੇ ਪਾਂਡਵ ਪਤੀ। ਜਿਸ ਔਰਤ ਦੇ ਪੰਜ ਪਤੀ ਹੋਣਗੇ, ਪਾਂਡਵ ਹੋਣਗੇ ਪੰਜ, ਉਹ ਔਰਤ ਬੇਆਬਰੂ ਹੋਵੇਗੀ, ਬੇਬਸਤਰ ਹੋਵੇਗੀ, ਉਹਨੂੰ ਹੋਣਾ ਹੀ ਪਵੇਗਾ ਕਿਉਂਕਿ ਪਤੀ ਪੰਜ ਨੇ। ਮਹਾਭਾਰਤ ਦੀਆਂ ਰਮਜਾਂ ਡੂੰਘੀਆਂ, ਇਹਦਾ ਮਤਲਬ ਹੈ
ਕਿ ਜਿਸ ਮਨੁੱਖ ਨੇ ਆਪਣੇ 5 ਪਤੀ ਬਣਾ ਲਏ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਬੰਦੇ ਬੇਆਬਰੂ ਹੋਣਗੇ ਹੀ ਹੋਣਗੇ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਵਾਹ। ਤੇ ਜਿਨ੍ਹਾਂ ਨੇ ਨਾ 5 ਨੂੰ ਛੱਡ ਕੇ ਇੱਕ ਨੂੰ ਖਸਮ ਬਣਾ ਲਿਆ ਅਕਾਲ ਪੁਰਖ ਨੂੰ, ਉਹ ਇਸ ਸੰਸਾਰ ਵਿੱਚ ਵੀ ਸੁਰਖਰੂ ਨੇ ਔਰ ਪਰਲੋਕ ਵਿੱਚ ਨਿਰੰਕਾਰ ਦੇ ਘਰ ਵਿੱਚ ਵੀ ਸੁਰਖਰੂ ਨੇ। ਜਿਨ੍ਹਾਂ ਨੇ ਇੱਕ ਨੂੰ ਖਸਮ ਬਣਾ ਲਿਆ, ਇੱਕ ਨੂੰ ਪਤੀ ਬਣਾ ਲਿਆ। ਇੱਥੇ ਪਾਤਸ਼ਾਹ ਕਹਿ ਰਹੇ ਨੇ ਕਿ ਇਹ 5 ਦੂਤ ਜਿਹੜੇ ਨੇ ਇਸ ਸਾਖਤ ਮਨੁੱਖ ਦਾ ਸਭ ਕੁਝ ਲੁੱਟ ਕੇ ਖਾ ਜਾਂਦੇ ਐ ਔਰ ਇਹਨੂੰ ਬੇਆਬਰੂ ਕਰਦੇ ਨੇ, ਇਹਦੀ ਪੱਤ ਗਵਾ ਕੇ ਰੱਖ ਦਿੰਦੇ ਹਨ। ਸਾਧ ਜਨਾ ਪਗ ਮਲ ਮਲ ਧੋਵੈ। ਉਹ 5 ਵਿਕਾਰ ਜਿਹੜੇ ਸੰਸਾਰ ਦੇ ਸਾਖਤਾਂ ਨੂੰ ਲੁੱਟ ਕੇ ਖਾ ਜਾਂਦੇ ਐ ਔਰ ਉਹਨਾਂ ਦੀ ਇੱਜ਼ਤ ਗਵਾ ਕੇ ਰੱਖ ਦਿੰਦੇ ਐ। ਕਹਿੰਦੇ ਉਹ 5 ਵਿਕਾਰ, ਉਹ 5 ਦੂਤ ਰੱਬ ਦੇ ਪਿਆਰਿਆਂ ਦੇ ਚਰਨਾਂ ਨੂੰ ਮਲ ਮਲ ਕੇ ਧੋਂਦੇ ਨੇ ਔਰ ਉਹਨਾਂ ਦੇ ਚਰਨਾਂ 'ਚ ਨਮਸਕਾਰਾਂ ਕਰਦੇ ਐ। ਸਾਧ ਜਨਾ ਪਗ ਮਲ ਮਲ ਧੋਵੈ, ਸਾਧੂ ਜਨਾਂ ਦੇ ਚਰਨਾਂ ਨੂੰ ਉਹ ਮਲ ਮਲ ਕੇ ਧੋਂਦੇ, ਯਾਨੀ ਕਿ ਉਹ 5 ਵਿਕਾਰ ਉੱਥੇ ਆ ਕੇ ਆਪਣਾ ਜੀਵਨ ਸਫਲਾ ਹੋਇਆ ਜਾਣਦੇ ਨੇ। ਉਹਨਾਂ ਸਾਧੂਆਂ ਦੇ ਉੱਤੇ ਉਹਨਾਂ ਦਾ ਜ਼ੋਰ ਨਹੀਂ, ਚਰਨਾਂ 'ਚ ਰਹਿੰਦੇ ਆ ਉਹਨਾਂ ਦੇ। ਜਿਹੜਾ ਚਰਨਾਂ ਤੋਂ ਉੱਪਰ ਉੱਠੇਗਾ ਉਹ ਵੀ ਗਲ ਪਵੇਗਾ ਨਾ। ਜਦੋਂ ਰਹਿੰਦੇ ਹੀ ਚਰਨਾਂ ਵਿੱਚ ਨੇ, ਪੈਰਾਂ ਥੱਲੇ ਲਤਾੜੇ ਹੋਏ, ਤੇ ਕਿਵੇਂ ਉਹਨਾਂ ਤੇ ਹਾਵੀ ਹੋਣ, ਕਿਵੇਂ ਉਹਨਾਂ ਦੇ ਗਲ ਪੈਣ। ਹਾਂਜੀ। ਪੰਚ ਪੂਤ ਜਣੇ ਇੱਕ ਮਾਏ। ਕਹਿੰਦੇ ਇੱਕੋ ਮਾਇਆ ਨੇ ਨਾ 5 ਪੁੱਤਰਾਂ ਨੂੰ ਪੈਦਾ ਕੀਤਾ। 5 ਪੁੱਤਰ ਜਣੇ ਨੇ ਇੱਕੋ ਮਾਇਆ ਨੇ। ਇੱਕ ਮਾਇਆ ਤੋਂ ਹੀ ਇਹ 5 ਪੈਦਾ ਹੋਏ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇੱਕ ਮਾਇਆ ਜਦੋਂ ਪ੍ਰਸੂਤ ਹੋਈ ਉਹਨੇ 5 ਪੁੱਤਰ ਜਣੇ। ਉਤਪੁਜ ਖੇਲ ਕਰ ਜਗਤ ਵਿਆਏ। ਫਿਰ ਵਿਆਹੀ ਗਈ ਜਦੋਂ ਮਾਇਆ ਪ੍ਰਸੂਤਾ ਹੋਈ ਤੇ ਫਿਰ ਉਤਪੁਜ ਆਦਿਕ ਜਿਹੜੀਆਂ ਚਾਰੇ ਖਾਣੀਆਂ ਸਨ, ਉਹਦੀ ਖੇਡ ਵੀ ਉਹਦੇ ਵਿੱਚੋਂ ਹੀ ਪੈਦਾ ਹੋਈ। 3 ਗੁਣਾ ਕੈ ਸੰਗ ਰਚ ਰਸੇ। ਫਿਰ 3 ਗੁਣ ਪੈਦਾ ਕੀਤੇ, ਰਜੋ ਗੁਣ ਤਮੋ ਗੁਣ ਸਤੋ ਗੁਣ। 3 ਗੁਣਾਂ ਦੇ ਸੰਗ ਬਹੁਤ ਸਾਰੇ ਸੰਸਾਰ ਦੇ ਲੋਕ ਇਹਨਾਂ ਵਿੱਚ ਹੀ ਰਚੇ ਰਹੇ, ਇਹਨਾਂ ਦੇ ਰਸਾਂ ਵਿੱਚ, ਉਤਪੁਜ ਆਦਿਕ ਖਾਣੀਆਂ ਦੇ ਰਸਾਂ ਵਿੱਚ, ਜਾਂ ਫਿਰ 5 ਵਿਕਾਰਾਂ ਦੇ ਰਸਾਂ ਵਿੱਚ ਇਹ ਸੰਸਾਰ ਦੇ ਬੰਦੇ ਖਚਤ ਰਹੇ। ਇਨ ਕੋ ਛੋੜ ਉਪਰ ਜਨ ਬਸੇ। 5 ਵਿਕਾਰਾਂ ਤੋਂ, 4 ਖਾਣੀਆਂ ਵਾਲੇ ਇਸ ਸੰਸਾਰ ਤੋਂ ਔਰ 3 ਗੁਣਾਂ ਤੋਂ, ਜਿਹੜੇ ਰੱਬ ਦੇ ਪਿਆਰੇ ਨੇ, ਇਹਨਾਂ ਤੋਂ ਸਭ ਤੋਂ ਉੱਪਰ ਹੋ ਕੇ ਅਕਾਲ ਪੁਰਖ ਦੇ ਸਵਰੂਪ ਵਿੱਚ ਵਸਦੇ ਨੇ। ਇਨ ਕੋ ਛੋੜ ਉਪਰ ਜਨ ਬਸੇ। ਇਹਨਾਂ ਸਭ ਨੂੰ ਛੱਡ ਕੇ, 3 ਗੁਣਾਂ ਨੂੰ, 5 ਵਿਕਾਰਾਂ ਨੂੰ, ਸੰਸਾਰ ਤੋਂ ਉਪਰਾਮ ਹੋ ਕੇ ਰੱਬ ਦੇ ਪਿਆਰੇ ਜਨ ਅਕਾਲ ਪੁਰਖ ਦੇ ਸਵਰੂਪ ਵਿੱਚ ਜਾ ਕੇ ਵਸਦੇ ਹਨ। ਕਰ ਕਿਰਪਾ ਜਨ ਲਿਏ ਛੜਾਏ। ਪਰਮੇਸ਼ਰ ਨੇ ਆਪਣਿਆਂ ਜਨਾਂ ਤੇ, ਆਪਣਿਆਂ ਪਿਆਰਿਆਂ ਤੇ ਕਿਰਪਾ ਕੀਤੀ ਹੈ ਔਰ ਆਪਣੇ ਪਿਆਰਿਆਂ ਤੇ ਕਿਰਪਾ ਕਰਕੇ ਆਪਣਿਆਂ ਜਨਾਂ ਨੂੰ ਇਹਨਾਂ ਵਿਕਾਰਾਂ ਤੋਂ ਛਡਾ ਲਿਆ, ਇਹਨਾਂ ਵਿਕਾਰਾਂ ਤੋਂ ਮੁਕਤ ਕਰ ਲਿਆ। ਜਿਹੜੇ ਵਿਕਾਰ ਸਾਰੇ ਸੰਸਾਰ ਨੂੰ ਵਿਆਪ ਰਹੇ ਨੇ, ਰਾਮ ਦੇ ਜਨਾਂ ਦੇ ਪਾਣੀ ਹਾਰ ਹੋ ਗਏ ਹਨ। ਜਿਸ ਕੇ ਸੇ ਤਿਨ ਰੱਖੇ ਹਟਾਏ। ਜਿਹਦੇ ਸੀ ਉਹਨੇ ਇਹਨਾਂ ਨੂੰ ਵਰਜ ਦਿੱਤਾ। ਮਾਇਆ ਦੇ ਨੇ ਨਾ ਇਹ ਵਿਕਾਰ ਸਾਰੇ, ਮਾਇਆ ਤੋਂ ਪੈਦਾ ਹੋਏ ਨੇ। 5 ਪੁੱਤਰ ਮਾਇਆ ਨੇ ਜਣੇ ਨੇ। ਜਿਹਦੇ ਸੀ ਉਹਨੇ ਵਰਗ ਦਿੱਤੇ। ਉਹਨੇ ਆਖਿਆ ਨਾ ਜਾਇਓ ਰੱਬ ਦੇ ਪਿਆਰਿਆਂ ਦੇ ਨੇੜੇ, ਮੈਂ ਵੀ ਆਸ਼ਰਿਤ ਹਾਂ ਉਸ ਅਕਾਲ ਪੁਰਖ ਦੀ ਸੱਤਾ ਕਰਕੇ, ਇਸ ਕਰਕੇ ਇਹਨਾਂ ਦੇ ਨਜ਼ਦੀਕ ਨਾ ਜਾਇਓ। ਜਿਹਦੇ ਸੀ ਉਹਨੇ ਹੀ ਵਰਜ ਲਏ। ਨਾ ਮਾਇਆ ਜਾਂਦੀ ਆ ਉਹਨਾਂ ਦੇ, ਨਾ ਮਾਇਆ ਦੇ ਪੁੱਤਰ ਜਾਂਦੇ ਨੇ ਉਹਨਾਂ ਤੇ ਹਾਵੀ ਹੋਣ ਲਈ। ਉਹਨੇ ਇਹਨਾਂ ਨੂੰ ਵੀ ਵਰਗ ਦਿੱਤਾ, ਇਹਨਾਂ ਨੂੰ ਵੀ ਰੋਕ ਦਿੱਤਾ।
ਕਹੋ ਨਾਨਕ ਭਗਤ ਪ੍ਰਭ ਸਾਰ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਕਿ ਰੱਬ ਦੇ ਪਿਆਰੇ ਜਿਹੜੇ ਭਗਤ ਜਨ ਹਨ ਉਹ ਸਾਰ ਨਾਲ ਜੁੜਦੇ ਨੇ ਜੋ ਤਤ ਹੈ, ਤਤਵ ਸਰੂਪ ਪਰਮਾਤਮਾ। ਉਸ ਤਤ ਨੂੰ ਜਾਣ ਕੇ ਉਸ ਤਤ ਨਾਲ ਜੁੜਦੇ ਨੇ, ਅਸਾਰ ਦਾ ਤਿਆਗ ਕਰ ਦਿੰਦੇ। ਇਹ ਸੰਸਾਰ ਅਸਾਰ ਹੈ ਔਰ ਇਹ ਸੰਸਾਰ ਜਿਸ ਦੇ ਆਸ਼ਰਿਤ ਟਿਕਿਆ ਹੋਇਆ ਉਹ ਸਾਰ ਹੈ। ਰੱਬ ਦੇ ਪਿਆਰੇ ਭਗਤ ਜਨ ਉਸ ਸਾਰ ਨੂੰ ਗ੍ਰਹਿਣ ਕਰਦੇ ਨੇ, ਸਾਰ ਦੇ ਨਾਲ ਜੁੜਦੇ ਨੇ ਔਰ ਅਸਾਰ ਦਾ ਤਿਆਗ ਕਰ ਦਿੰਦੇ ਹਨ। ਬਿਨ ਭਗਤੀ ਸਭ ਹੋਏ ਖੁਆਰ। ਧੰਨ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਕਿ ਜਿਹੜੇ ਪਰਮੇਸ਼ਰ ਦੀ ਭਗਤੀ ਨਹੀਂ ਕਰਦੇ, ਅਕਾਲ ਪੁਰਖ ਦੀ ਭਗਤੀ ਤੋਂ ਵਿਹੂਣੇ ਨੇ, ਉਹ ਸਭ ਖੁਆਰ ਹੁੰਦੇ ਹਨ। ਉਹਨਾਂ ਨੂੰ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ। ਤੋ ਨਿਰੰਕਾਰ ਦੀ ਭਗਤੀ ਕਰਕੇ ਹੀ ਜੀਵ ਖੁਆਰੀ ਤੋਂ, ਜਨਮ ਮਰਨ ਦੇ ਚੱਕਰਾਂ ਤੋਂ ਮੁਕਤ ਹੋ ਸਕਦਾ। ਗਰੀਬ ਨਵਾਜ ਸਤਿਗੁਰੂ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦੁਆਰਾ ਰੱਬ ਦੇ ਪਿਆਰਿਆਂ ਦੀ ਸੋਭਾ ਵਰਣਨ ਕੀਤੀ ਹੈ ਕਿ ਜਿਹੜੇ ਵਿਕਾਰ ਸੰਸਾਰ ਤੇ ਹਾਵੀ ਹੁੰਦੇ ਐ ਉਹ ਰੱਬ ਦੇ ਪਿਆਰਿਆਂ ਦੇ ਸਨਮੁਖ ਹੱਥ ਜੋੜ ਕੇ ਖੜੇ ਨੇ, ਉਹਨਾਂ ਤੇ ਹਾਵੀ ਨਹੀਂ ਹੁੰਦੇ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਤਿਬੁੱਧੀ ਤੇ ਸਮਤ ਪ੍ਰਦਾਨ ਕਰਨ। ਵਿਸਰ ਨਾਹੀਂ ਦਾਤਾਰ, 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 ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਜੀ ਗੁਣ ਗਾਵਾਂ ਦਿਨ ਰਾਤ, 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 ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੇ ਹੋ, 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 ਨਾਨਕ ਚਾਹੇ ਹੋ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।